ਗੂਜਰੀ ਅਸ਼ਟਪਦੀਆਂ। ਮਹਿਲਾ ਪਹਿਲਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਏਕ ਨਗਰੀ ਪੰਜ ਚੋਰ ਬਸੀਅਲੇ। ਬਰਜਤ ਚੋਰੀ ਧਾਵੈ। ਤ੍ਰਹਿ ਦਸ ਮਾਲ ਰਖੈ ਜੋ ਨਾਨਕ। ਮੋਖ ਮੁਕਤ ਸੋ ਪਾਵੈ। ਚੇਤੋ ਬਾਸ ਦਿਓ ਬਨਵਾਲੀ। ਰਾਮ ਹਿਰਦੈ ਜਪ ਮਾਲੀ ਰਹਾਉ। ਉਰਦ ਮੂਲ ਜਿਸ ਸਾਖ ਤਲਾਹਾ। ਚਾਰ ਭੇਦ ਜਿਤ ਲਾਗੇ। ਸਹਿਜ ਭਾਏ ਜਾਏ ਤੇ ਨਾਨਕ। ਪਾਰ ਬ੍ਰਹਮ ਲਿਵ ਜਾਗੇ। ਪਾਰ ਜਾਤ ਘਰ ਆਂਗਨ ਮੇਰੇ। ਪੋਹ ਪੱਤਰ ਤਤ ਡਾਲਾ। ਸਰਬ ਜੋਤ ਨਿਰੰਜਨ ਸ਼ੰਭੂ। ਛੋਡੋ ਬਹੁਤ ਜੰਜਾਲਾ। ਸੁਣ ਸਿਖਵੰਤੇ ਨਾਨਕ ਬਿਨਵੈ। ਛੋਡੋ ਮਾਇਆ ਜਾਲਾ। ਮਨ ਵਿਚਾਰ ਏਕ ਲਿਵ ਲਾਗੀ। ਪੁਨ ਰਬ ਜਨਮ ਨ ਕਾਲਾ। ਸੋ ਗੁਰੂ ਸੋ ਸਿੱਖ ਕਥੀਅਲੇ। ਸੋ ਵੈਦ ਜੇ ਜਾਣੈ ਰੋਗੀ। ਤਿਸ ਕਾਰਨ ਕੰਮ ਨ ਧੰਦਾ ਨਾਹੀਂ। ਧੰਦੈ ਗਿਰਿਹੀ ਜੋਗੀ। ਕਾਮ ਕ੍ਰੋਧ ਅਹੰਕਾਰ ਤਜੀਅਲੇ। ਲੋਭ ਮੋਹ ਤਿਸ ਮਾਇਆ। ਮਨ ਤਤ ਅਵਗਤ ਧਿਆਇਆ। ਗੁਰ ਪ੍ਰਸਾਦੀ ਪਾਇਆ। ਗਿਆਨ ਧਿਆਨ ਸਭ ਦਾਤ ਕਥੀਅਲੇ। ਸੇਤ ਬਰਨ ਸਭ ਦੂਤਾ। ਬ੍ਰਹਮ ਕਮਲ ਮਧ ਤਾਸੁਰ ਸਾਧਨ। ਜਾਗਤ ਨਾਹੀ ਸੂਤਾ। ਮਹਾ ਗੰਭੀਰ ਪਤਰ ਪਾਤਾਲਾ। ਨਾਨਕ ਸਰਬ ਜੁਆਇਆ। ਉਪਦੇਸ਼ ਗੁਰੂ ਮਮ ਪੁਨੈ ਨ ਗਰਭੰ। ਬਿਖ ਤਜ ਅੰਮ੍ਰਿਤ ਪੀ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਹੁਣ ਤੀਕਰ ਗੂਜਰੀ ਰਾਗ ਵਿੱਚ ਅਸੀਂ 48 ਸ਼ਬਦਾਂ ਦੀ ਵਿਚਾਰ ਕਰ ਚੁੱਕੇ ਹਾਂ, ਜਿਸ ਵਿੱਚ ਮਹਿਲਾ ਪਹਿਲਾ ਦੇ 2 ਸ਼ਬਦ ਹਨ, ਮਹਿਲੇ ਤੀਜੇ ਦੇ 7 ਸ਼ਬਦ ਹਨ, ਮਹਿਲੇ ਚੌਥੇ ਦੇ 7 ਸ਼ਬਦ ਹਨ ਅਤੇ 5ਵੇਂ ਪਾਤਸ਼ਾਹ ਜੀ ਦੇ 32 ਸ਼ਬਦ ਹਨ। ਇਹਨਾਂ ਦਾ ਟੋਟਲ 48 ਬਣਦਾ ਹੈ। ਅੱਗੇ ਹੁਣ ਗੂਜਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ, ਜਿਸ ਦਾ ਸਿਰਲੇਖ ਗੂਜਰੀ ਅਸ਼ਟਪਦੀਆਂ 8ਵੇਂ 8 ਪਦਾਂ ਵਾਲੇ ਇਹ ਸ਼ਬਦ ਮਹਿਲਾ ਪਹਿਲਾ ਪਹਿਲੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਘਰ ਪਹਿਲਾ ਵਿੱਚ ਗਾਇਨ ਕਰਨ ਦੀ ਸੇਧ ਦਿੱਤੀ। ਇਸ ਸੰਬੰਧੀ ਵੀ ਵਿਦਵਾਨਾਂ ਨੇ ਦੱਸਿਆ, ਜੇ 8 ਪਦਿਆਂ ਵਾਲਾ ਇੱਕ ਸ਼ਬਦ ਹੋਵੇ ਤੇ ਉਹਦਾ ਪਾਠ ਕਰਨਾ ਅਸ਼ਟਪਦੀਆ,
ਜੇ ਇੱਕ ਤੋਂ ਵੱਧ 8 ਪਦਿਆਂ ਵਾਲੇ ਸ਼ਬਦ ਹੋਣ ਫਿਰ ਪੜ੍ਹਨਾ ਅਸ਼ਟਪਦੀਆਂ। ਤੋ ਇਹ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਪਹਿਲਾ ਸ਼ਬਦ ਹੈ ਗੂਜਰੀ ਅਸ਼ਟਪਦੀਆਂ ਮਹਿਲਾ ਪਹਿਲਾ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲਾਚਰਨ ਹੈ ਜੋ ਹਰ ਨਵੇਂ ਸ਼ਬਦਾਂ ਦੇ ਰੂਪ ਦੀ ਆਰੰਭਤਾ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੁਕਮ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਰਲੇਖ ਰੂਪ ਮੰਗਲਾਚਰਨ ਉਚਾਰਨ ਕੀਤਾ। ਪਰਮਾਤਮਾ ਇੱਕ ਹੈ, ਸਰਬ ਸ਼ਕਤੀਵਾਨ ਹੈ, ਸਰਵ ਵਿਆਪਕ ਔਰ ਸੱਚੇ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦਾਸ ਬੇਨਤੀ ਕਰ ਦੇਵੇ, ਕਿਉਂਕਿ ਸ਼ਬਦ ਆਕਾਰ ਵਿੱਚ ਲੰਬਾ ਹੈ, ਇਹਦੇ 8 ਪਦੇ ਹਨ ਔਰ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਉਹ ਬਹੁਤ ਡੂੰਘੀ ਗੋਝ ਹੈ। ਇਹਨੂੰ ਵਿਚਾਰਨ ਵਾਸਤੇ ਵੀ ਸਮਾਂ ਚਾਹੀਦਾ। ਜੇ ਜਲਦੀ ਨਾਲ ਵਿਚਾਰ ਕਰਾਂਗੇ ਰਸ ਨਹੀਂ ਆਵੇਗਾ, ਸਰੋਤੇ ਵੀ ਅਹਿਸਾਸ ਕਰਨਗੇ ਕਿ ਸਾਡੇ ਪੱਲੇ ਨਹੀਂ ਪਿਆ। ਇਸ ਲਈ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ, ਸਮੇਂ ਦੀ ਥੋੜ ਨੂੰ ਦੇਖਦੇ ਹੋਏ ਅਸੀਂ ਇਸ ਸ਼ਬਦ ਜੋ ਅਸ਼ਟਪਦੀਆਂ ਦੇ ਵਿੱਚ ਹੈ ਇਹਨੂੰ 2 ਹਿੱਸਿਆਂ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਰਹਾਉ ਦੀ ਪੰਕਤੀ ਵਿੱਚ ਫਰਮਾਇਆ ਹੈ, ਚੇਤੋ ਬਾਸ ਦਿਓ ਬਨਵਾਲੀ। ਹੁਣ ਜਦੋਂ ਚੇਤੋ ਸ਼ਬਦ ਆਉਂਦਾ ਇਹ ਸੈਕੰਡ ਪਰਸਨ ਹੈ। ਜਿਵੇਂ ਕਿਸੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਪ੍ਰਸ਼ਨ ਕੀਤਾ ਹੈ, ਕੋਈ ਸਵਾਲ ਪੁੱਛਿਆ ਹੈ ਤੇ ਗੁਰੂ ਪਾਤਸ਼ਾਹ ਉਸ ਦਾ ਉੱਤਰ ਦੇ ਰਹੇ। ਬਾਣੀ ਵਿੱਚ ਕਈ ਜਗ੍ਹਾ ਇਹ ਫਰਮਾਨ ਆਉਂਦਾ ਹੈ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਭਾਵੇਂ ਗੁਰੂ ਸਾਹਿਬ ਕਿਸੇ ਇੱਕ ਵਿਅਕਤੀ ਦੇ ਪਰਥਾਏ ਕੋਈ ਉਪਦੇਸ਼ ਕਰ ਰਹੇ ਨੇ, ਪਰ ਉਹ ਉਪਦੇਸ਼ ਸਾਰੇ ਪ੍ਰਾਣੀਆਂ ਲਈ ਸਾਂਝਾ ਹੁੰਦਾ। ਉਹਦੇ ਤੋਂ ਮੈਂ ਵੀ ਪ੍ਰੇਰਨਾ ਲੈ ਸਕਦਾ, ਤੁਸੀਂ ਵੀ ਲੈ ਸਕਦੇ ਹੋ। ਤੋ ਇਸ ਤਰ੍ਹਾਂ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਹੈ ਜਿਹੜੀਆਂ ਹਰ ਪ੍ਰਾਣੀ ਦੇ ਨਾਲ ਵਾਪਰਦੀਆਂ ਹਨ ਤੇ ਉਹਨਾਂ ਦਾ ਇਲਾਜ ਵੀ ਦੱਸਿਆ ਹੈ। ਰਹਾਉ ਦੀ ਪੰਕਤੀ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਚੇਤੋ ਬਾਸ ਦਿਓ ਬਨਵਾਲੀ। ਇਹ ਬਾਸ ਦਿਓ ਤੇ ਬਨਵਾਲੀ ਪਰਮਾਤਮਾ ਦੇ 2 ਨਾਮ ਹਨ। ਬਾਸ ਦਿਓ ਦਾ ਮਤਲਬ ਹੈ ਜੋ ਸਰਬ ਵਿਆਪਕ ਹੈ, ਜਿਸ ਦਾ ਵਾਸ ਹਰ ਜਗ੍ਹਾ ਤੇ। ਬਨਵਾਲੀ ਦਾ ਮਤਲਬ ਹੈ ਜੋ ਸਾਰੀ ਬਨਸਪਤੀ ਦਾ ਪਾਲਣ ਵਾਲਾ ਹੈ, ਮਾਲੀ ਹੈ। ਇਹ 2 ਅੱਖਰ ਆਉਂਦੇ ਨੇ, ਬਨਵਾਲੀ ਬਨਮਾਲੀ। ਸਾਰੇ ਸ੍ਰਿਸ਼ਟੀ ਦੇ ਪਾਲਣ ਵਾਲਾ ਹੈ ਤਥਾ ਇਹ ਸਾਰਾ ਸੰਸਾਰ ਜੋ ਜੰਗਲ ਰੂਪ ਹੈ ਇਸ ਦਾ ਵਾਲੀ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਹੇ ਭਾਈ, ਜੇ ਆਪਣੇ ਜੀਵਨ ਦੀ ਸਫਲਤਾ ਕਰਨੀ ਹੈ ਤਾਂ ਚੇਤੋ ਬਾਸ ਦਿਓ ਬਨਵਾਲੀ। ਰਾਮ ਹਿਰਦੈ ਜਪ ਮਾਲੀ। ਆਮ ਤੌਰ ਤੇ ਲੋਕ ਮਾਲਾ ਫੇਰਦੇ ਹਨ, ਉਹਨੂੰ ਜਪ ਮਾਲਾ ਵੀ ਕਹਿੰਦੇ ਹਨ। ਭਾਵੇਂ ਸਿੱਖ ਧਰਮ ਵਿੱਚ ਮਾਲਾ ਦਾ ਕੋਈ ਬਹੁਤਾ ਵਰਣਨ ਨਹੀਂ ਹੈਗਾ,
पर फिर भी किधरे किधरे संत महात्मा सिमरन करन वाले माला सिमरना सिमरनी फड़ते हैं। पर गुरु नानक पातशाह कहते ने भाई उस परमात्मा नूं हर वेले याद करना ਇਹੋ ਹੀ ਮਾਲਾ ਬਣਾਓ। ਜਿਵੇਂ ਭਗਤ ਕਬੀਰ ਜੀ ਨੇ ਵੀ ਕਿਹਾ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਭਾਈ ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਜਪਣਾ, ਹਿਰਦੇ ਵਿੱਚ ਵਸਾਉਣਾ, ਇਹ ਜਪ ਮਾਲਾ ਬਣਾਓ। ਇਹ ਹੈ ਸ਼ਬਦ ਦਾ ਸੈਂਟਰਲ ਆਈਡੀਆ। ਇਹਨੂੰ ਬਾਰ-ਬਾਰ ਪੜ੍ਹਨ ਦੇ ਨਾਲ ਸਮਝ ਆਵੇਗੀ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਇਹ ਉਪਦੇਸ਼ ਕਰ ਰਹੇ। ਚੇਤੋ ਬਾਸ ਦਿਓ ਬਨਵਾਲੀ, ਉਹਨੂੰ ਯਾਦ ਕਰਨਾ, ਉਹਦਾ ਸਿਮਰਨ ਕਰਨਾ, ਉਹਨੂੰ ਚੇਤੇ ਰੱਖਣਾ। ਰਾਮ ਹਿਰਦੈ ਜਪ ਮਾਲੀ, ਹਿਰਦੈ ਦੇ ਦੱਦੇ ਨੂੰ ਦੋ ਲਾਵਾਂ ਨੇ। ਹਿਰਦੇ ਵਿੱਚ ਉਸ ਰਮੇ ਹੋਏ ਰਾਮ ਨੂੰ ਚੇਤੇ ਕਰਨਾ, ਇਹੀ ਮਾਲਾ ਬਣਾਓ। ਕਿਉਂਕਿ ਪਾਤਸ਼ਾਹ ਫਰਮਾਉਂਦੇ ਨੇ, ਏਕ ਨਗਰੀ ਪੰਚ ਚੋਰ ਬਸੀਲੇ, ਬਰਜਤ ਚੋਰੀ ਧਾਵੈ। ਇਹ ਸਾਡਾ ਸਰੀਰ ਇੱਕ ਨਗਰੀ ਹੈ। ਇਸ ਸਰੀਰ ਦੇ ਅੰਦਰ ਪੰਜ ਚੋਰ ਵਸੀਲੇ ਰਹਿੰਦੇ ਹਨ, ਜਿਨ੍ਹਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਕਿਹਾ। ਬਰਜਤ ਚੋਰੀ ਧਾਵੈ, ਰੋਕਦਿਆਂ ਰੋਕਦਿਆਂ ਤਥਾ ਰੋਕਣ ਦੇ ਬਾਵਜੂਦ, ਨਾ ਚਾਹੁੰਦਿਆਂ ਹੋਇਆਂ ਵੀ ਇਹ ਆਪਣਾ ਆਪਣਾ ਜ਼ੋਰ ਲਾਉਂਦੇ ਹਨ। ਧਾਵੈ ਦਾ ਮਤਲਬ ਹੈ ਯਤਨ ਕਰਦੇ ਹਨ, ਹੱਲਾ ਬੋਲਦੇ ਹਨ ਚੋਰੀ ਕਰਨ ਵਾਸਤੇ। ਭਾਵ ਮਨੁੱਖ ਦੇ ਅੰਦਰ ਜਿਹੜੇ ਦੈਵੀ ਆਤਮ ਗੁਣ ਹਨ, ਸਤ, ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਨੂੰ ਲੁੱਟਣ ਦਾ ਯਤਨ ਕਰਦੇ ਹਨ। ਕਿਉਂਕਿ ਚੋਰ ਸ਼ਬਦ ਜਿਹੜਾ, ਉਹਦੇ ਅਖਰੀ ਅਰਥ ਤੁਸੀਂ ਸਮਝੋ ਚੋਰ ਕਿਹਨੂੰ ਕਹਿੰਦੇ ਨੇ। ਜਿਹੜਾ ਚੋਰੀ ਕਰੇ ਉਹਨੂੰ ਚੋਰ ਕਹਿੰਦੇ ਨੇ। ਤਾਂ ਕੀ ਚੋਰੀ ਕਰੇ? ਜਿਹੜੇ ਸਾਡੇ ਦੈਵੀ ਗੁਣ ਹਨ, ਆਤਮਿਕ ਗੁਣ ਹਨ, ਉਹਨਾਂ ਨੂੰ ਇਹ ਪੰਜੇ ਲੁੱਟਦੇ ਹਨ ਔਰ ਇਹ ਚੋਰੀ ਕਰਕੇ ਸਾਡਾ ਨੁਕਸਾਨ ਪਹੁੰਚਾਉਂਦੇ। ਤ੍ਰਹਿ ਦਸ ਮਾਲ ਰੱਖੈ ਜੋ ਨਾਨਕ, ਮੋਖ ਮੁਕਤ ਸੋ ਪਾਵੈ। ਇਹ ਤ੍ਰਹਿ ਦਸ ਅੱਖਰ ਜਿਹੜਾ, ਤ੍ਰਹਿ ਮਹੀਨਾ 3, 10 ਮਹੀਨਾ 10, 10 ਅਤੇ 3 ਨੂੰ ਜਮ੍ਹਾਂ ਕਰ ਲਓ ਤੇ 13 ਬਣ ਗਿਆ। ਇਹ 13 ਕੀ ਹੈ? ਇਹਨੂੰ ਸਮਝਣ ਦਾ ਯਤਨ ਕਰਨਾ। ਮਾਇਆ ਦੇ 3 ਗੁਣ, ਰਜੋ, ਤਮੋ, ਸਤੋ, ਅਤੇ 10 ਇੰਦਰੀਆਂ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ। ਇਹ 13 ਹਨ ਜਿਨ੍ਹਾਂ ਤੋਂ ਬਚਾ ਕੇ ਆਪਣੇ ਦੈਵੀ ਗੁਣਾ ਰੂਪੀ ਮਾਲ ਨੂੰ ਜੋ ਬਚਾ ਲਵੇ। ਤ੍ਰਹਿ ਦਸ ਮਾਲ ਰੱਖੈ ਜੋ ਨਾਨਕ। ਨਾਨਕ ਜੀ ਫਰਮਾਉਂਦੇ ਨੇ, ਜਿਹੜਾ ਭਾਗਸ਼ਾਲੀ ਮਨੁੱਖ ਇਹਨਾਂ 13 ਤੋਂ ਦੈਵੀ ਗੁਣਾ ਰੂਪੀ ਮਾਲ ਨੂੰ ਬਚਾ ਲਵੇ, ਮੋਖ ਮੁਕਤ ਸੋ ਪਾਵੈ, ਉਹ ਮੋਕਸ਼ ਮੁਕਤ ਪ੍ਰਾਪਤ ਕਰ ਲੈਂਦਾ। ਭਾਵ ਇਹਨਾਂ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ। ਫਿਰ ਕੀ ਕਰੋ? ਚੇਤੋ ਬਾਸ ਦਿਓ ਬਨਵਾਲੀ, ਰਾਮ ਹਿਰਦੈ ਜਪ ਮਾਲੀ ਰਾਹੋ। ਉਰਜ ਮੂਲ ਜਿਸ ਸਾਖ ਤਲਾਹਾ, 4 ਬੇਦ ਜਿਤ ਲਾਗੇ। ਮੂਲ ਕਹਿੰਦੇ ਨੇ ਮੁੱਢ ਨੂੰ। ਉਹ ਪਰਮਾਤਮਾ ਜੋ ਸਾਰੇ ਸੰਸਾਰ ਦਾ ਮੁੱਢ ਹੈ, ਜਿਸ ਨੇ ਮਾਇਆ ਵੀ ਪੈਦਾ ਕੀਤੀ ਤਥਾ ਇਹ ਮਾਇਆ ਦੀ ਸਾਰੀ ਖੇਡ ਪੈਦਾ ਕਰਨ ਵਾਲਾ ਆਪ ਤੇ ਉਹ ਇਸ ਮਾਇਆ ਤੋਂ ਉੱਚਾ ਹੈ। ਉਰਦ ਦਾ ਮਤਲਬ ਹੈ ਉੱਚਾ, ਹੈ ਮੂਲ, ਹੈ ਮੁੱਢ,
ਪਰ ਹੈ ਇਸ ਮਾਇਆ ਦੇ ਪ੍ਰਭਾਵ ਤੋਂ ਉੱਚਾ। ਉਰਦ ਮੂਲ ਜਿਸ ਸ਼ਾਖ ਤਲਾਹਾ, ਸ਼ਾਖਾਂ ਜਿਹੜੀਆਂ ਹਨ ਤਲੇ ਹਨ, ਭਾਵ ਉਸ ਦੀਆਂ ਜੋ ਜੜ੍ਹਾਂ ਹਨ, ਟਹਿਣੀਆਂ ਹਨ, ਪਸਾਰਾ ਹੈ, ਉਹ ਤਲਾਹਾ ਹੇਠਾਂ ਵੱਲ ਹੈ, ਭਾਵ ਮਾਇਆ ਦੇ ਅਸਰ ਹੇਠ। ਜਿਹੜਾ ਜਗਤ ਪਰਮਾਤਮਾ ਨੇ ਬਣਾਇਆ ਉਹ ਸਾਰਾ ਮਾਇਆ ਦੇ ਅਸਰ ਥੱਲੇ। ਚਾਰ ਵੇਦ ਜਿਤ ਲਾਗੇ, ਤੇ ਜਿਸ ਮਾਇਆ ਦੇ ਬਲ ਦਾ ਜ਼ਿਕਰ ਇਹ ਚਾਰੇ ਵੇਦ ਕਰ ਰਹੇ। ਚਾਰੇ ਵੇਦਾਂ ਦੇ ਅੰਦਰ ਇਸ ਮਾਇਆ ਦੇ ਪਸਾਰੇ ਦੀ ਗੱਲ ਬਾਰ-ਬਾਰ ਕੀਤੀ ਗਈ। ਉਰਦ ਮੂਲ ਜਿਸ ਸ਼ਾਖ ਤਲਾਹਾ, ਚਾਰ ਵੇਦ ਜਿਤ ਲਾਗੇ, ਸਹਿਜ ਭਾਏ ਜਾਏ ਤੇ ਨਾਨਕ, ਪਾਰ ਬ੍ਰਹਮ ਲਿਵ ਜਾਗੇ। ਨਾਨਕ ਜੀ ਫਰਮਾਉਂਦੇ ਨੇ ਜਿਨ੍ਹਾਂ ਦੀ ਲਿਵ ਪਰਮਾਤਮਾ ਨਾਲ ਲੱਗ ਗਈ ਉਹ ਜਾਗ ਪਏ, ਔਰ ਸਹਿਜ ਪਾਏ ਉਹ ਜਾਗਦੇ ਰਹਿੰਦੇ ਨੇ, ਸੁਚੇਤ ਰਹਿੰਦੇ ਨੇ। ਉਹ ਇਸ ਮਾਇਆ ਦੇ ਪ੍ਰਭਾਵ ਥੱਲੇ ਨਹੀਂ ਆਉਂਦੇ। ਕੌਣ? ਜਿਨ੍ਹਾਂ ਦੀ ਲਿਵ ਪਰਮਾਤਮਾ ਨਾਲ ਲੱਗ ਗਈ। ਉਰਦ ਮੂਲ ਜਿਸ ਸ਼ਾਖ ਤਲਾਹਾ, ਚਾਰ ਵੇਦ ਜਿਤ ਲਾਗੇ, ਸਹਿਜ ਭਾਏ ਜਾਏ ਤੇ ਨਾਨਕ, ਪਾਰ ਬ੍ਰਹਮ ਲਿਵ ਜਾਗੇ। ਪਾਰ ਜਾਤ ਘਰ ਆਂਗਣ ਮੇਰੇ, ਪੋਹਪ ਪੱਤਰ ਤਤ ਡਾਲਾ। ਪਾਰ ਜਾਤ ਉਸ ਬ੍ਰਿਛ ਦਾ ਨਾਮ ਹੈ ਜਿਹੜਾ ਇੰਦਰ ਦੇ ਬਾਗ ਵਿੱਚ ਹੁੰਦਾ ਹੈ, ਜਿਸ ਬਾਰੇ ਇਹ ਪ੍ਰਚਲਿਤ ਹੈ ਕਿ ਜੋ ਕਾਮਨਾ ਕਰੋ, ਇਹਨੂੰ ਕਲਪ ਬ੍ਰਿਛ ਵੀ ਕਹਿੰਦੇ ਨੇ, ਪਾਰ ਜਾਤ ਵੀ ਕਹਿੰਦੇ। ਹੁਣ ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪਾਰ ਜਾਤ ਹੈ ਪਰਮਾਤਮਾ ਦਾ ਨਾਮ। ਜਿਸ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਰੂਪੀ ਪਾਰ ਜਾਤ ਪੈਦਾ ਹੋ ਗਿਆ, ਭਾਵ ਜਿਸ ਨੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਪਾਰ ਜਾਤ ਘਰ ਆਂਗਨ ਮੋਰ ਹੈ ਮੇਰੇ। ਆਂਗਨ ਦਾ ਮਤਲਬ ਹੈ ਵਿਹੜਾ। ਮੇਰੇ ਹਿਰਦੇ ਰੂਪੀ ਵਿਹੜੇ ਵਿੱਚ ਉਹ ਪਰਮਾਤਮਾ ਦਾ ਨਾਮ ਰੂਪੀ ਪਾਰ ਜਾਤ ਪੈਦਾ ਹੋ ਗਿਆ। ਪੋਹਪ ਪੱਤਰ ਤਤ ਡਾਲਾ। ਹੁਣ ਜਿੱਥੇ ਕੋਈ ਦਰਖਤ ਪੈਦਾ ਹੋਵੇਗਾ, ਉਹਦੇ ਫੁੱਲ, ਉਹਦੇ ਪੱਤਰ, ਉਹਦੀਆਂ ਡਾਲੀਆਂ ਵੀ ਹੋਣਗੀਆਂ। ਭਾਵ ਪਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਦੈਵੀ ਗੁਣ ਪੈਦਾ ਹੁੰਦੇ ਹਨ। ਨਿਮਰਤਾ ਆਉਂਦੀ ਹੈ, ਸਤ ਸੰਤੋਖ ਧੀਰਜ ਧਰਮ ਆਉਂਦਾ। ਪਾਰ ਜਾਤ ਘਰ ਆਂਗਨ ਮੇਰੇ, ਪੋਹਪ ਪੱਤਰ ਤਤ ਡਾਲਾ। ਸਰਬ ਜੋਤ ਨਿਰੰਜਨ ਸ਼ੰਭੂ, ਛੋਡੋ ਬਹੁਤ ਜੰਜਾਲਾ। ਲਓ ਸਾਧ ਸੰਗਤ ਉਹਨਾਂ ਨੂੰ ਸਮਝ ਆ ਜਾ। ਸਰਬ ਜੋਤ ਨਿਰੰਜਨ ਸ਼ੰਭੂ, ਇਹ ਸ਼ੰਭੂ ਸ਼ਬਦ ਜਿਹੜਾ ਸਵੈਂ ਭੂਮ ਤੋਂ ਬਣੇ। ਉਹ ਪਰਮਾਤਮਾ ਜੋ ਆਪਣੇ ਆਪ ਤੋਂ ਆਪ ਬਣਿਆ, ਉਹ ਪਰਮਾਤਮਾ ਜੋ ਨਿਰੰਜਨ ਹੈ, ਜੋ ਮਾਇਆ ਦੀ ਕਾਲਖ ਤੋਂ ਰਹਿਤ ਤੇ ਜਿਸ ਦੀ ਜੋਤ ਸਾਰਿਆਂ ਦੇ ਅੰਦਰ ਵਿਆਪਕ ਹੈ। ਜਦੋਂ ਉਸ ਨਾਲ ਮਨੁੱਖ ਜੁੜ ਜਾਂਦਾ ਫਿਰ ਛੋਡੋ ਬਹੁਤ ਜੰਜਾਲਾ, ਉਹ ਫਿਰ ਜਿੰਦ ਨੂੰ ਫਸਾਉਣ ਵਾਲੇ ਜਾਲਾਂ ਤੋਂ ਬਚ ਜਾਂਦਾ। ਸੁਣ ਸਿੱਖਵੰਤੇ ਨਾਨਕ ਬਿਨਵੈ। ਸੁਣ ਸਿੱਖਵੰਤੇ, ਸਿੱਖਵੰਤਾ ਹੁੰਦਾ ਸਿੱਖਿਆ ਲੈਣ ਵਾਲਾ, ਸਿੱਖਿਆਰਥੀ, ਵਿਦਿਆਰਥੀ। ਹੁਣ ਦੇਖੋ ਉੱਪਰ ਵੀ ਨਾਨਕ ਪਦ ਕਈ ਵਾਰੀ ਸ਼ਬਦ ਆਇਆ, ਉੱਥੇ ਨਾਨਕ ਦਾ ਕੱਕਾ ਮੁਕਤਾ ਹੈ, ਪਰ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਸੁਣ ਸਿੱਖਵੰਤੇ ਨਾਨਕ ਬਿਨਵੈ। ਨਾਨਕ ਬੇਨਤੀ ਕਰਦਾ, ਹੇ ਸਿੱਖਿਆ ਲੈਣ ਵਾਲੇ, ਹੇ ਸਿੱਖਿਆਰਥੀ, ਹੇ ਜਗਿਆਸੂ,
ਨਾਨਕ ਤੈਨੂੰ ਬੇਨਤੀ ਕਰਕੇ ਕਹਿੰਦਾ, ਸੁਣ ਸਿੱਖਵੰਤੇ ਨਾਨਕ ਬਿਨਵੈ, ਛੋਡੋ ਮਾਇਆ ਜਾਲਾ। ਇਹ ਮਾਇਆ ਦੇ ਜਾਲ ਨੂੰ ਛੱਡੋ, ਇਹਦਾ ਤਿਆਗ ਕਰੋ। ਤੇ ਜਦੋਂ ਤੁਸੀਂ ਤਿਆਗ ਕਰੋਗੇ, ਮਨ ਵਿਚਾਰ ਏਕ ਲਿਵ ਲਾਗੀ, ਪੁਨਰਪ ਜਨਮ ਨ ਕਾਲਾ। ਮਨ ਵਿਚਾਰ, ਮਨ ਦੇ ਨੰਨੇ ਨੂੰ ਸਿਆਰੀ ਹੈ, ਮਨ ਵਿੱਚ ਵਿਚਾਰ ਕਰਨੀ ਹੈ ਕਿਹਦੇ ਨਾਲ? ਉਸ ਪਰਮਾਤਮਾ ਨਾਲ। ਜਦੋਂ ਮਨ ਵਿੱਚ ਉਸ ਪਰਮਾਤਮਾ ਦੀ ਹਸਤੀ ਦੀ ਵਿਚਾਰ ਹੋਣ ਲੱਗ ਪਈ, ਏਕ ਲਿਵ ਲਾਗੀ, ਇੱਕ ਦੇ ਨਾਲ ਲਿਵ ਲੱਗ ਗਈ, ਇੱਕ ਦੇ ਨਾਲ ਪ੍ਰੀਤ ਬਣ ਗਈ, ਇੱਕ ਦੇ ਨਾਲ ਸਾਂਝ ਬਣ ਗਈ। ਪੁਨਰਪ ਜਨਮ ਨ ਕਾਲਾ। ਪੁਨਰਪ ਦਾ ਮਤਲਬ ਹੈ ਫੇਰ ਦੁਬਾਰਾ, ਨਾ ਉਸ ਨੂੰ ਜਨਮ ਲੈਣਾ ਪਵੇਗਾ, ਨਾ ਉਸ ਨੂੰ ਕਾਲ ਹੋਵੇਗਾ, ਭਾਵ ਉਹਦਾ ਜੰਮਣ ਮਰਨ ਮੁੱਕ ਜਾਏਗਾ। ਇੱਥੇ ਤੀਕਰ ਇਹ ਸ਼ਬਦ ਦੇ 4 ਪਦੇ ਅਸੀਂ ਵਿਚਾਰੇ ਹਨ। ਤੋ ਸਾਧ ਸੰਗਤ, ਦਾਸ ਨੇ ਕਈ ਵਿਦਵਾਨਾਂ ਦੇ ਸਟੀਕ ਪੜ੍ਹੇ ਹਨ। ਬਹੁਤਿਆਂ ਦੀ ਜਿਹੜੀ ਵਿਚਾਰ ਹੈ ਉਹ ਵੇਦਾਂਤ ਦੇ ਰੰਗ ਵਿੱਚ ਰੰਗੀ ਹੋਈ ਹੈ, ਔਰ ਉਹ ਇਤਨੀ ਡੂੰਘੀ ਹੈ ਕਿ ਸਾਡੇ ਵਰਗੇ ਆਮ ਜਗਿਆਸੂਆਂ ਨੂੰ ਸਮਝ ਹੀ ਨਹੀਂ ਆ ਸਕਦੀ। ਤੋ ਇਸ ਲਈ ਯਤਨ ਕੀਤਾ ਹੈ ਕਿ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੇ ਦਰਪਣ ਵਿੱਚੋਂ ਜੋ ਵਿਚਾਰ ਸਮਝ ਆਈ ਹੈ, ਉਹਨੂੰ ਬੜੇ ਸਹਿਜ ਭਾਵ ਨਾਲ ਤੁਹਾਡੇ ਅੱਗੇ ਪਰੋਸਣ ਦਾ ਯਤਨ ਕੀਤਾ। ਬਾਰ ਬਾਰ ਪੜ੍ਹੋਗੇ, ਆਪ ਵਿਚਾਰ ਕਰੋਗੇ, ਜ਼ਰੂਰ ਤੁਹਾਨੂੰ ਇਸ ਤੋਂ ਅਗਵਾਈ ਮਿਲੇਗੀ। ਇਹਦਾ ਕੇਂਦਰੀ ਭਾਵ ਇਹ ਹੈ ਕਿ ਚੇਤੋ ਬਾਸ ਦਿਓ ਬਨਵਾਲੀ, ਰਾਮ ਹਿਰਦੈ ਜਪ ਮਾਲੀ। ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦੀ ਮਾਲਾ ਵਸਾਉਣੀ ਕਰੋ, ਔਰ ਹਰ ਵੇਲੇ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਉਸ ਪਰਮਾਤਮਾ ਨੂੰ ਚੇਤਣਾ ਕਰੋ, ਯਾਦ ਰੱਖਣਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।